श्री वाहिगुरु साहिब जी। भैरव महला पंजवा। साच पदार्थ गुरमुख लहो, प्रभ का भाणा सत्कार सहहो। जीवत 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 रहो, राम रसायन नित उठ पीवहो। साच पदार्थ गुरमुख लहो। वाहिगुरु जी का खालसा, वाहिगुरु जी की फतेह। कोट ब्रह्मंडां दे मालिक, जुग जुग अटल शब्दा अवतार। दसां पातशाहियां दी आत्मक जोत, धन धन सतगुरु श्री गुरु ग्रंथ साहिब सच्चे पातशाह जी महाराज जी दी पवित्र पावन हजूरी दे विच जुड़ मिल बैठी गुरु रूप गुरु खालसा साध संगत जीओ। आओ बड़े प्यार यार सत्कार दे नाल अमृत बाणी हर हर तेरी सुन सुन होवे परम गत मेरी। जलन बुझी शीतल होए मनुआ, सतगुर का दर्शन पाई जियो। सतगुਰਾਂ ਦੀ पवित्र अमृत बाणी की कथा विचार व्याख्या सो सरवण करके लाह प्राप्त करो जी। एक बार उच्चारण करो सतनाम श्री वाहिगुरु जी। सतनाम श्री वाहिगुरु साहिब जी। भैरव महला पंजवा। भैरों राग दे विच पंजवें पातशाह शहीदां दे सरताज धन धन सतगुरु श्री गुरु अर्जन देव साहिब जी महाराज शो पावन उपदेश की बख्शिश कर रहे ने। साच पदार्थ गुरमुख लहो। हे भाई सच्चा नाम रूप पदार्थ मुखी गुरां द्वारा प्राप्त करो। प्रभ का भाणा सत्कार सहहो। परमात्मा का हुक्म सच्चा मन करके सहारना करो। जीवत 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 रहो। हे भाई फिर तुसी तिन्ना कालां दे विच जिउंदे रहो, जिउंदे रहो, जिउंदे रहो। इसे प्रकार जीवत 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 रहो। जीवत भाव नूं त्याग के जीवन स्वरूप प्रभु नूं पा के सदा ही जिउंदे रहो। राम रसायन नित उठ पीवहो। रसां दे घर राम परमात्मा दे नाम नूं नित प्रति अमृत वेले उठ के पीना करो। हर 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 रसना कहो। हरेक दे पापां नूं हरन वाले अते हरे भरे करन वाले हरि परमात्मा दे नाम नूं अपनी रसना जबान द्वारा कहना करो। विश्राम देकर फरमान करते ने। कल जुग मह एक नाम उदार। इस कल युग दे विच एक परमात्मा का नाम ही जीवन का पार उतारा करने वाला है। नानक बोले ब्रह्म
ਬ੍ਰਹਮ ਵਿਚਾਰ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਅਸੀਂ ਪਰਮਾਤਮਾ ਦੀ ਪ੍ਰਾਪਤੀ ਵਾਲੀ ਵਿਚਾਰ ਨੂੰ ਹੀ ਬੋਲੇ ਕਥਨ ਕਰਦੇ ਹਾਂ। ਭੈਰੋ ਮਹਲਾ ਪੰਜਵਾ। ਭੈਰੋ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਅਗਲਾ ਸ਼ਬਦ ਉਚਾਰ ਰਹੇ ਨੇ। ਸਤਿਗੁਰ ਸੇਵ ਸਰਬ ਫਲ ਪਾਈ। ਜਿਨ੍ਹਾਂ ਨੇ ਸਤਿਗੁਰਾਂ ਨੂੰ ਸੇਵਨਾ ਕੀਤਾ ਹੈ ਉਹਨਾਂ ਨੇ ਧਰਮ ਅਰਥ ਕਾਮ ਮੋਖ ਰੂਪ ਸਾਰੇ ਫਲ ਪਾ ਲਏ ਹਨ। ਜਨਮ ਜਨਮ ਕੀ ਮੈਲ ਮਿਟਾਈ। ਅਤੇ ਜਨਮਾਂ ਜਨਮਾਤਰਾਂ ਦੇ ਪਾਪਾਂ ਰੂਪੀ ਮਲੀਨਤਾਈ ਉਹ ਗੁਰਮੁਖ ਮੇਟ ਲੈਂਦੇ ਹਨ। ਪਤਤ ਪਾਵਨ ਪ੍ਰਭ ਤੇਰੋ ਨਾਮ। हे ਪ੍ਰਭੂ ਤੇਰਾ ਨਾਮ ਪਾਪੀਆਂ ਨੂੰ ਪਵਿੱਤਰ ਕਰਨੇ ਵਾਲਾ ਹੈ। ਪੂਰਬ ਕਰਮ ਲਿਖੇ ਗੁਣ ਗਾਓ। ਜਿਨ੍ਹਾਂ ਦੇ ਪੂਰਬਲੇ ਨਿਸ਼ਕਾਮ ਕਰਮ ਲਿਖੇ ਹੋਏ ਨੇ ਉਹ ਇਸ ਮਨੁੱਖਾ ਜਨਮ ਨੂੰ ਪਾ ਕੇ ਤੇਰੇ ਗੁਣ ਗਾਉਂਦੇ ਹਨ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਸਾਧੂ ਸੰਗ ਹੋਵੇ ਉਧਾਰ। ਉਹਨਾਂ ਦਾ ਸ੍ਰੇਸ਼ਟ ਮਹਾਤਮਾ ਜਨਾਂ ਦੀ ਸੰਗਤ ਕਰਕੇ ਸੰਸਾਰ ਤੋਂ ਪਾਰ ਉਤਾਰਾ ਹੁੰਦਾ ਹੈ। ਸੋਭਾ ਪਾਵੈ ਪ੍ਰਭ ਕੈ ਦੁਆਰ। हे ਪ੍ਰਭੂ ਆਪ ਜੀ ਦੇ ਸਤ ਸੰਗਤ ਸੱਚਖੰਡ ਰੂਪੀ ਦਰ ਦੇ ਵਿੱਚ ਜਾ ਕੇ ਉਹ ਸੋਭਾ ਵਡਿਆਈ ਪਾਉਂਦੇ ਹਨ। ਸਰਬ ਕਲਿਆਣ ਚਰਨ ਪ੍ਰਭ ਸੇਵਾ। हे ਪਰਮਾਤਮਾ ਤੇਰੇ ਚਰਨਾਂ ਦੀ ਸੇਵਾ ਟਹਿਲ ਭਗਤੀ ਕਰਕੇ ਸਾਰੇ ਸੁੱਖ ਪ੍ਰਾਪਤ ਹੁੰਦੇ ਹਨ ਜਾਂ ਸਭ ਪ੍ਰਕਾਰ ਦੀਆਂ ਕਲਿਆਣ ਮੁਕਤੀਆਂ ਪ੍ਰਾਪਤ ਹੁੰਦੀਆਂ ਹਨ। ਪੂਰ ਬਚ ਹੈ ਸਭ ਸੁਰ ਨਰ ਦੇਵਾ। ਇਸ ਲਈ ਸੁਰ ਦੇਵੀ ਸੰਬੁਦਾ ਵਾਲੇ ਨਰ ਮਨੁੱਖ ਅਤੇ ਦੇਵਾ ਦੇਵਤੇ ਜਾਂ ਸੁਰ ਛੋਟੇ ਦੇਵਤੇ ਨਰ ਬਹਾਦਰ ਅਤੇ ਦੇਵਾ ਵੱਡੇ ਦੇਵਤੇ ਸਾਰੇ ਹੀ ਤੇਰੀ ਚਰਨ ਧੂੜੀ ਚਾਹੁੰਦੇ ਹਨ। ਨਾਨਕ ਪਾਇਆ ਨਾਮ ਨਿਧਾਨ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ हे ਪ੍ਰਭੂ ਅਸੀਂ ਗੁਰਾਂ ਦੁਆਰਾ ਤੇਰੇ ਨਾਮ ਦੇ ਖਜ਼ਾਨੇ ਨੂੰ ਪਾਉਣਾ ਕੀਤਾ ਹੈ। ਹਰ ਜਪ ਜਪ ਉਦਰਿਆ ਸਗਲ ਜਹਾਨ। हे ਹਰੀ ਪ੍ਰਭੂ ਤੇਰੇ ਇਸ ਨਾਮ ਦੇ ਖਜ਼ਾਨੇ ਨੂੰ ਸਿਮਰ ਸਿਮਰ ਕੇ ਸਾਰਾ ਸੰਸਾਰ ਪਾਰ ਹੋ ਰਿਹਾ ਹੈ। ਮਹਲਾ ਪੰਜਵਾ। ਇਹ ਭੈਰੂ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਜੀ ਪਾਵਨ ਸ਼ਬਦ ਸੁਲਹੀ ਖਾਨ ਦੇ ਚੜ੍ਹ ਕੇ ਆਉਣ ਤੇ ਆਵੇ ਵਿੱਚ ਉਲਸ ਕੇ ਮਰ ਜਾਣ ਦੀ ਖਬਰ ਸੁਣ ਕੇ ਸਿੱਖ ਸੰਗਤਾਂ ਨੂੰ ਪਰਮਾਤਮਾ ਦੇ ਭਰੋਸਾ ਦ੍ਰਿੜ ਕਰਵਾਉਂਦਿਆਂ ਰੱਖਿਆ ਲਈ ਉਚਾਰਨ ਕਰ ਰਹੇ ਹਨ। ਆਪਣੇ ਦਾਸ ਕਉ ਕੰਠ ਲਗਾਵੇ। हे ਭਾਈ ਉਹ ਪਰਮਾਤਮਾ ਆਪਣੇ ਸੇਵਕਾਂ ਨੂੰ ਆਪਣੇ ਗਲੇ ਨਾਲ ਲਗਾਉਣਾ ਕਰਦਾ ਹੈ। ਨਿੰਦਕ ਕਉ ਅਗਨ ਮਹਿ ਪਾਵੇ। ਨਿੰਦਿਆ ਕਰਨ ਵਾਲੇ ਨੂੰ ਪ੍ਰਤੱਖ ਜਾਂ ਨਰਕਾਂ ਦੀ ਅੱਗ ਦੇ ਵਿੱਚ ਪਾਉਣਾ ਕਰਦਾ ਹੈ। ਪਾਪੀ ਤੇ ਰਾਖੀ ਨਾਰਾਇਣ। ਇਹ ਭਾਈ ਪਾਪ ਕਰਮ ਕਰਨ ਵਾਲੇ ਤੋਂ ਨਾਰਾਇਣ ਪਰਮਾਤਮਾ ਆਪਣੇ ਪਿਆਰਿਆਂ ਦੀ
ਆਪ ਹੀ ਰੱਖਿਆ ਕਰਦਾ ਹੈ। ਪਾਪੀ ਕੀ ਗਤ ਕਤਹੁ ਨਾਹੀ। ਪਾਪ ਕਰਨ ਵਾਲੇ ਮਨੁੱਖ ਦੀ ਕਲਿਆਣ ਕਿਸੇ ਪ੍ਰਕਾਰ ਵੀ ਨਹੀਂ ਹੋ ਸਕਦੀ। ਆਪੀ ਪਚਿਆ ਪਾਪ ਕਮਾਇਣ। ਪਾਪ ਕਰਨ ਵਾਲਾ ਮਨੁੱਖ ਆਪਣੇ ਕਮਾਏ ਕਰਮਾਂ ਦੇ ਅਨੁਸਾਰ ਹੀ ਇੱਥੇ ਪ੍ਰਤੱਖ ਅੱਗ ਦੇ ਵਿੱਚ ਜਾਂ ਈਰਖਾ ਆਦਿਕ ਦੀ ਅੱਗ ਦੇ ਵਿੱਚ ਸੜ ਮਰਦਾ ਹੈ ਅਤੇ ਪਰਲੋਕ ਦੇ ਵਿੱਚ ਨਰਕਾਂ ਦੀ ਅੱਗ ਦੇ ਅੰਦਰ ਉਹ ਸੜਦਾ ਰਹਿੰਦਾ ਹੈ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਦਾਸ ਰਾਮ ਜੀਓ ਲਾਗੀ ਪ੍ਰੀਤ। ਪ੍ਰਭੂ ਦੇ ਸੇਵਕ ਦੀ ਰਾਮ ਪ੍ਰਭੂ ਜੀ ਦੇ ਨਾਲ ਹੀ ਪ੍ਰੀਤੀ ਲੱਗੀ ਰਹਿੰਦੀ ਹੈ। ਨਿੰਦਕ ਕੀ ਹੋਈ ਬੇਪਰੀਤ। ਨਿੰਦਿਆ ਕਰਨ ਵਾਲੇ ਪਾਪੀ ਮਨੁੱਖ ਦੀ ਉਲਟੀ ਹੀ ਰੀਤ ਹੋਈ ਹੈ। ਅਰਥਾਤ ਸੇਵਕ ਦਾ ਪ੍ਰਭੂ ਦੀ ਪ੍ਰੀਤ ਕਰਕੇ ਪ੍ਰਭੂ ਦੇ ਚਰਨਾਂ ਵਿੱਚ ਬਿਰਾਜਦੇ ਨੇ ਤੇ ਨਿੰਦਕ ਪੁਰਖ ਨਰਕ ਦੀ ਅੱਗ ਦੇ ਵਿੱਚ ਸੜਦੇ ਰਹਿੰਦੇ ਹਨ। ਔਰ ਬ੍ਰਹਮ ਆਪਣਾ ਬਿਰਦ ਪ੍ਰਗਟਾਇਆ। ਪਰਮਾਤਮਾ ਨੇ ਭਗਤ ਵਸ਼ਲਤਾ ਵਾਲਾ ਆਪਣਾ ਧਰਮ ਪ੍ਰਗਟ ਕੀਤਾ ਹੈ। ਦੁਖੀ ਆਪਣਾ ਕੀਤਾ ਪਾਇਆ। ਪਾਪ ਕਰਨ ਵਾਲੇ ਮਨੁੱਖ ਸੁਲਹੀ ਨੇ ਆਪਣਾ ਕੀਤਾ ਹੋਇਆ ਕਰਮ ਫਲ ਪਾਉਣਾ ਕੀਤਾ ਹੈ। ਜਿਹੜਾ ਈਰਖਾ ਦੀ ਅੱਗ ਦੇ ਵਿੱਚ ਸੜੇ ਪਰਮਾਤਮਾ ਉਹਨੂੰ ਪ੍ਰਤੱਖ ਅੱਗ ਦੇ ਵਿੱਚ ਸਾੜਦਾ ਹੈ। ਆਈ ਨਾ ਜਾਈ ਰਹਿਆ ਸਮਾਈ। ਜਿਹੜਾ ਪਰਮਾਤਮਾ ਆਉਂਦਾ ਜਾਂਦਾ ਨਹੀਂ ਹੈ ਅਤੇ ਸਭ ਥਾਵਾਂ ਦੇ ਵਿੱਚ ਸਮਾਰਿਆ ਵਿਆਪਕ ਹੋ ਰਿਹਾ ਹੈ। ਨਾਨਕ ਦਾਸ ਹਰਿ ਕੀ ਸਰਣਾਈ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਮੈਂ ਸੇਵਕ ਉਸ ਹਰੀ ਪ੍ਰਭੂ ਦੀ ਸ਼ਰਨ ਦੇ ਵਿੱਚ ਪਿਆ ਹਾਂ। ਰਾਗ ਭੈਰਵ ਮਹਲਾ ਪੰਜਵਾ। ਭੈਰੋ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਇਹ ਪਾਵਨ ਸ਼ਬਦ ਉਚਾਰ ਰਹੇ ਨੇ। ਚੌਪਦੀ ਘਰ ਦੂਜਾ। ਚਾਰ ਪਦੀਆਂ ਵਾਲੇ ਸ਼ਬਦ ਦੂਜੇ ਸੁਰ ਤਾਲ ਦੇ ਵਿੱਚ ਉਚਾਰ ਰਹੇ ਹਨ। ਇੱਕ ਅਦੁੱਤੀ ਬ੍ਰਹਮ ਓੰਕਾਰ ਸਰਬ ਦਾ ਪ੍ਰਕਾਸ਼ਕ। ਸਤਿਗੁਰ ਪ੍ਰਸਾਦ ਜੋ ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਜੀ ਧਰ ਮੋਹਨ ਸਗਲ ਉਪਾਵਨ। ਜੋ ਪਰਮਾਤਮਾ ਸ੍ਰੀ ਧਰ ਮਾਇਆ ਜਾਂ ਸ਼ੋਭਾ ਨੂੰ ਧਾਰਨ ਵਾਲਾ ਹੈ ਤੇ ਮੋਹਨ ਸਭ ਨੂੰ ਮੋਹ ਲੈਣ ਵਾਲਾ ਹੈ। ਸਗਲ ਉਪਾਵਨ ਸਭ ਨੂੰ ਪੈਦਾ ਕਰਨ ਵਾਲਾ ਹੈ। ਨਿਰੰਕਾਰ ਸੁਖ ਦਾਤਾ। ਆਕਾਰਾਂ ਤੋਂ ਰਹਿਤ ਅਤੇ ਸਾਰੇ ਸੁੱਖਾਂ ਨੂੰ ਦੇਣ ਵਾਲਾ ਹੈ। ਐਸਾ ਪ੍ਰਭ ਛੋੜ ਕਰਹਿ ਅਨ ਸੇਵਾ। ਅਜਿਹਾ ਪਰਮਾਤਮਾ ਛੱਡ ਕੇ ਜੋ ਹੋਰ ਦੇਵੀ ਦੇਵਤਿਆਂ ਦੀ ਸੇਵਾ ਟਹਿਲ ਕਰਦਾ ਹੈ। ਕਵਨ ਵਿਖਿਆ ਰਸ ਮਾਤਾ। ਉਹ ਕਿਹੜੇ ਬੁਰੇ ਵਿਸ਼ਿਆਂ ਤੇ ਮਾਇਆ ਦੇ ਰਸਾਂ ਦੇ ਵਿੱਚ ਮਸਤ ਹੋਇਆ ਪਿਆ ਹੈ। ਏ ਮਨ ਮੇਰੇ ਤੂੰ ਗੋਵਿੰਦ ਭਾਜ। ਇਹ ਮੇਰੇ ਮਨਾ ਤੂੰ ਗੋਵਿੰਦ ਪਰਮਾਤਮਾ ਦਾ ਭਜਨ ਕਰ, ਵਾਹਿਗੁਰੂ ਨੂੰ ਸਿਮਰਨ ਕਰ। ਅਵਰਿ ਉਪਾਮ ਸਗਲ ਮੈਂ ਦੇਖੀ। ਮੈਂ ਹੋਰ ਸਾਰੇ ਯਤਨ ਕਰਕੇ ਵੇਖ ਲਏ ਹਨ। ਜੋ ਚਿਤ ਵੀਐ ਤਿਤ
ਬਿਗਰਸ ਕਾਜ। ਕਿ ਪਰਮਾਤਮਾ ਤੋਂ ਬਿਨਾ ਜੋ ਕੁਝ ਵੀ ਚਿਤਵਨਾ ਕਰੀਦਾ ਹੈ ਉਸ ਦੇ ਨਾਲ ਸਗੋਂ ਕੰਮ ਹੀ ਵਿਗੜਦੇ ਨੇ। ਇਸ ਲਈ ਮੈਂ ਸਭ ਕੁਝ ਛੋੜ ਪ੍ਰਭ ਤੋਂ ਹੀ ਤੇ ਆਇਆ। ਮੈਂ ਸਾਰੀਆਂ ਚਿਤਵਨੀਆਂ, ਸਾਰੇ ਫੁਰਨੇ, ਸਾਰੇ ਮਨੋਰਥ ਛੱਡ ਕੇ, ਸਾਰੀਆਂ ਸ਼ਾਵਾਂ ਦਾ ਤਿਆਗ ਕਰਕੇ, ਸਾਰੇ ਪਾਸਿਆਂ ਨੂੰ ਛੱਡ ਕੇ, ਇਹ ਪ੍ਰਮਾਤਮਾ ਤੇਰੇ ਨਾਮ ਨੂੰ ਹੀ ਤੇ ਆਇਆ ਹੈ। ਕਿਉਂਕਿ ਸਗਲ ਮਨੋਰਥ ਪਾਈਆ ਮੀਤਾ, ਚਰਨ ਕਮਲ ਸਿਉ ਲਾਈਆ ਚੀਤਾ। ਇਉਂ ਸਗਲ ਮਨੋਰਥ ਮੁਕਤ ਪਦ ਦੀਤ। ਇਹ ਮਹਾਰਾਜ ਕੋਟ ਮਨੋਰਥ ਆਵੇ ਹਾਥ, ਜਬ ਮਾਰ ਕੈ ਸੰਗੀ ਪਾਥ। ਗੰਗਾ ਜਲ ਗੁਰ ਗੋਬਿੰਦ ਨਾਮ, ਜੋ ਪੀਵੈ ਤਿਸ ਕੀ ਗਤ ਹੋਵੈ। ਤੇ ਪੀਵਤ ਬਹੁੜ ਨਾ ਜੋਣ ਪਰਮਾਮ, ਜੋ ਜਪੈ ਤਿਸ ਕੀ ਗਤ ਹੋਵੈ। ਪੀਵਤ ਬਹੁੜ ਨਾ ਜੋਣ ਪਰਮਾਮ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਠਾਕੁਰ ਛੋੜ ਦਾਸੀ ਕੋ ਸਿਮਰਹਿ। ਜੋ ਮਾਲਕ ਪਰਮਾਤਮਾ ਨੂੰ ਛੱਡ ਕੇ ਉਸ ਦੀ ਦਾਸੀ ਮਾਇਆ ਨੂੰ ਹੀ ਯਾਦ ਕਰਦੇ ਰਹਿੰਦੇ ਨੇ। ਮਨਮੁਖ ਅੰਧ ਅਗਿਆਨਾ। ਉਹ ਮਨ ਦੇ ਮਗਰ ਲੱਗਣ ਵਾਲੇ ਗਿਆਨ ਤੋਂ ਹੀ ਨੇ, ਅੰਨੇ ਨੇ। ਭਾਵ ਉਹਨਾਂ ਦੀਆਂ ਮਨ ਬੁੱਧ ਰੂਪ ਅੱਖਾਂ ਦੇ ਵਿੱਚ ਵਿਚਾਰ ਰੂਪ ਨਿਗਾਹ ਨਾ ਪੈਣ ਕਾਰਨ, ਨਾ ਹੋਣ ਕਾਰਨ ਗਿਆਨ ਦਾ ਹਨੇਰਾ ਛਾਇਆ ਹੋਇਆ ਹੈ। ਹਰ ਕੀ ਭਗਤ ਕਰਹਿ ਤਿਨ ਨਿੰਦਾ ਹੈ। ਜਿਹੜੇ ਮਨੁੱਖ ਹਰੀ ਪ੍ਰਮਾਤਮਾ ਦੀ ਭਗਤੀ ਕਰਦੇ ਨੇ ਉਹ ਮਨਮੁਖ ਉਹਨਾਂ ਨੂੰ ਨਿੰਦਦੇ ਹਨ। ਨਿਗੁਰੇ ਪਸ਼ੂ ਸਮਾਨਾ। ਉਹ ਨਿਗੁਰੇ ਨੇ ਮਨਮੁਖ ਲੋਕ ਮਨੁੱਖਾਂ ਦੇਹ ਨੂੰ ਪਾ ਕੇ ਗੁਰਾਂ ਤੋਂ ਬਿਨਾਂ ਹੋਣ ਕਾਰਨ ਪਸ਼ੂਆਂ ਦੇ ਬਰਾਬਰ ਹਨ। ਜਿਉ ਪਿੰਡ ਤਨ ਧਨ ਸਭ ਪ੍ਰਭ ਕਾ। ਇਹ ਭਾਈ ਇਹ ਜੀਵਾਤਮਾ ਜ਼ਿੰਦਗੀ, ਪਿੰਡ ਸਥੂਲ ਸਰੀਰ, ਤਨ ਸੂਖਮ ਸਰੀਰ, ਜਾਂ ਤਨ ਪੁੱਤਰ, ਧਨ ਦੌਲਤ ਆਦਿਕ ਸਾਰਾ ਕੁਛ ਪਰਮਾਤਮਾ ਦਾ ਹੀ ਦਿੱਤਾ ਹੋਇਆ ਹੈ। ਤਾਕਤ ਕਹਤੇ ਮੇਰਾ। ਪਰ ਕਠੋਰ ਚਿੱਤ ਵਾਲੇ ਮਨਮੁਖ ਪੁਰਖ ਕਹਿੰਦੇ ਨੇ ਕਿ ਸਭ ਕੁਝ ਸਾਡਾ ਹੈ। ਭਾਵ ਪ੍ਰਭੂ ਦੀ ਦਾਤ ਦੇ ਵਿੱਚ ਅਪਣਤ ਕਰੀ ਬੈਠੇ ਹਨ। ਦਾਤ ਪਿਆਰੀ ਵਿਸਰਿਆ ਦਾਤਾਰਾ, ਜਾਣੈ ਨਾਹੀ ਮਰਨ ਵਿਚਾਰਾ। ਵਸਤ ਪਰਾਈ ਕੋ ਉਠ ਰੋਵੈ, ਕਰਮ ਧਰਮ ਸਗਲਾਈ ਖੋਵੈ। ਇੰਜ ਇਹਨਾਂ ਦਾ ਪੁੱਠਾ ਸੁਭਾਵ ਹੈ। ਬੁੱਧ ਦੁਰਮਤ ਹੈ ਮੈਲੀ। ਹੰਕਾਰ ਵਾਲੀ ਬੁੱਧੀ ਦੇ ਕਾਰਨ ਉਹਨਾਂ ਦੀ ਅਕਲ ਖੋਟੀ ਅਤੇ ਮਲੀਨ ਹੋ ਰਹੀ ਹੈ। ਬਿਨ ਗੁਰ ਭਵ ਜਲ ਫੇਰਾ। ਸਤਿਗੁਰਾਂ ਨੂੰ ਧਾਰਨ ਤੋਂ ਬਿਨਾਂ ਉਹਨਾਂ ਦਾ ਸੰਸਾਰ ਸਮੁੰਦਰ ਵਿੱਚ ਚੱਕਰ ਲੱਗਦਾ ਹੀ ਰਹਿੰਦਾ ਹੈ। ਭਾਵ ਉਹ ਜੰਮਦੇ ਮਰਦੇ ਰਹਿੰਦੇ ਹਨ। ਓਮ ਜਗ ਜਪ ਤਪ ਸਭ ਸੰਜਮ। ਹਵਨ ਜਗ ਮੰਤਰਾਂ ਦੇ ਜਾਪ, ਤਪੱਸਿਆ ਅਤੇ ਸਾਰੇ ਵਰਤ ਇੰਦਰੀਆਂ ਨੂੰ ਦਮਨ ਕਰਨ ਦੇ ਸਾਧਨ ਕਰਨ ਨਾਲ ਤਟ ਤੀਰਥ ਨਹੀਂ ਪਾਇਆ। ਤੀਰਥਾਂ ਦੇ ਕਿਨਾਰਿਆਂ ਪਰ ਬੈਠਣ ਨਾਲ ਕਿਸੇ ਨੇ ਵੀ ਪਰਮਾਤਮਾ ਨੂੰ ਨਹੀਂ ਪਾਇਆ। ਮਿਟਿਆ ਆਪ ਪਾਈ ਸਰਣਾਈ। ਜੋ ਸਤਿਗੁਰਾਂ ਦੀ ਜਾਂ ਪਰਮਾਤਮਾ ਦੀ ਸ਼ਰਨ ਵਿੱਚ ਪਏ ਨੇ ਉਹਨਾਂ ਦਾ ਆਪਾ ਭਾਵ ਹੰਕਾਰ ਮਿਟ ਗਿਆ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਗੁਰਮੁਖ ਨਾਨਕ ਜਗਤ ਤਰਾਇਆ। ਉਹਨਾਂ ਗੁਰਮੁਖਾਂ ਨੇ ਗੁਰ ਉਪਦੇਸ਼ ਨਾਲ ਸਾਰੇ ਜਗਤ ਸੰਸਾਰ ਨੂੰ ਹੀ ਤਾਰਨਾ ਕੀਤਾ ਹੈ। ਭੈਰੋ ਮਹਲਾ ਪੰਜਵਾ। ਪੰਜਵੇਂ
ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਭੈਰੋਂ ਰਾਗ ਵਿੱਚ ਸ਼ੁਭ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਨੇ। ਬਨ ਮਹਿ ਪੇਖਿਓ ਤ੍ਰਿਣ ਮਹਿ ਪੇਖਿਓ। ਇਹ ਭਾਈ ਸੰਤ ਜਨਾਂ ਦੀ ਸੰਗਤ ਦੁਆਰਾ ਮੈਂ ਜੰਗਲ ਵਿੱਚ ਵੀ ਉਸ ਪਰਮਾਤਮਾ ਨੂੰ ਵੇਖਿਆ ਤੇ ਕੱਖਾਂ ਦੇ ਵਿੱਚ ਵੀ ਉਸੇ ਨੂੰ ਹੀ ਵੇਖਿਆ ਹੈ। ਗ੍ਰਹਿ ਪੇਖਿਓ ਉਦਾਸਾਈ। ਘਰ ਗ੍ਰਸਤੀ ਬਾਲ ਬੱਚਿਆਂ ਦੇ ਵਿੱਚ ਵੀ ਉਸੇ ਨੂੰ ਵੇਖਿਆ ਅਤੇ ਉਦਾਸੀਆਂ ਵਿੱਚ ਵੀ ਉਸੇ ਪਰਮਾਤਮਾ ਨੂੰ ਹੀ ਵਸਦਾ ਵੇਖਿਆ ਹੈ। ਗ੍ਰਸਤੀ ਕੌਣ ਨੇ? ਗ੍ਰਸਤਨ ਮੈਂ ਤੂੰ ਵੱਡੋ ਗ੍ਰਸਤੀ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਵੱਡੇ ਗ੍ਰਸਤੀ ਨੇ। ਉਦਾਸੀ ਕੌਣ ਨੇ? ਬਾਬਾ ਸ੍ਰੀ ਚੰਦ ਜੀ ਮਹਾਰਾਜ। ਇਉਂ ਇਹ ਵਾਹਿਗੁਰੂ ਸਾਰਿਆਂ ਦੇ ਵਿੱਚ ਤੂੰ ਵਸ ਰਿਹਾ ਹੈ। ਭਾਈ ਲਾਲੂ ਵਰਗੇ ਗ੍ਰਸਤੀਆਂ ਦੇ ਵਿੱਚ, ਰਾਏ ਬੁਲਾਰ ਵਰਗੇ ਗ੍ਰਸਤੀਆਂ ਦੇ ਵਿੱਚ ਤੇ ਉਦਾਸੀ ਮਹਾਤਮਾ ਬਾਬਾ ਸ੍ਰੀ ਚੰਦ ਜੀ ਆਦਿਕ ਤਿੰਨਾਂ ਦੇ ਵਿੱਚ ਵੀ ਤੇਰਾ ਹੀ ਨਿਵਾਸ ਹੈ। ਇਸੇ ਪ੍ਰਕਾਰ ਬਨ ਮਹਿ ਪੇਖਿਓ ਤ੍ਰਿਣ ਮਹਿ ਪੇਖਿਓ। ਬਨ ਵਾਸੀਆਂ ਦੇ ਵਿੱਚ ਜਾਂ ਬਨ ਪਾਣੀ ਦੇ ਕਿਨਾਰੇ ਵਸਣ ਵਾਲਿਆਂ ਵਿੱਚ ਜਾਂ ਬਨ ਬਾਣੀਆਂ ਨੂੰ ਬਣਾਉਣ ਵਾਲਿਆਂ ਵਿੱਚ ਜਾਂ ਬਨ ਬਾਣੀ ਪਾਉਣ ਵਾਲਿਆਂ ਵਿੱਚ ਉਸੇ ਪ੍ਰਭੂ ਦੀ ਜੋਤ ਨੂੰ ਵੇਖਿਆ ਹੈ। ਅਤੇ ਕੱਖਾਂ ਦੀਆਂ ਕੁੱਡੀਆਂ ਬਣਾ ਕੇ ਰਹਿਣ ਵਾਲੀਆਂ ਜਾਂ ਸਰੀਰਾਂ ਤ੍ਰਿਣ ਭਾਵ ਇੰਦਰੀਆਂ ਦੇ ਵਿੱਚ ਵੀ ਉਸ ਪ੍ਰਭੂ ਦੀ ਜੋਤ ਨੂੰ ਹੀ ਵੇਖਿਆ ਹੈ। ਗ੍ਰਹਿ ਪੇਖਿਓ ਉਦਾਸਾਈ। ਅਤੇ ਜੋ ਗ੍ਰਹਿ ਘਰ ਪ੍ਰਾਪਤ ਹੋਣ ਵਾਲਿਆਂ ਤੇ ਸੰਸਾਰ ਵਿਸ਼ਿਆਂ ਵੱਲੋਂ ਉਦਾਸਾਏ ਉਪਰਾਮ ਹੋਇਆਂ ਵਿੱਚ ਵੀ ਪ੍ਰਭੂ ਨੂੰ ਵੇਖਣਾ ਕੀਤਾ ਹੈ। ਦੰਡ ਧਾਰ ਜਟ ਧਾਰੈ ਪੇਖਿਓ। ਡੰਡਾ ਧਾਰਨ ਵਾਲੇ ਜੋਗੀਆਂ ਦੇ ਵਿੱਚ, ਸੰਨਿਆਸੀਆਂ ਦੇ ਵਿੱਚ, ਜਟਾਵਾਂ ਨੂੰ ਧਾਰਨ ਵਾਲਿਆਂ ਵਿੱਚ ਉਹ ਪ੍ਰਭੂ ਵੇਖਣਾ ਕੀਤਾ ਹੈ। ਵਰਤ ਨੇਮ ਤੀਰਥਾਈ। ਵਰਤ ਰੱਖਣ ਵਾਲਿਆਂ ਵਿੱਚ, ਨਿਜ ਮਾਧਵ ਰੱਖਣ ਵਾਲਿਆਂ ਤੇ ਤੀਰਥ ਯਾਤਰਾ ਵਿੱਚ ਉਸ ਪਰਮਾਤਮਾ ਨੂੰ ਆਇਆ ਵੇਖਿਆ ਹੈ। ਸੰਤ ਸੰਗ ਪੇਖਿਓ ਮਨ ਮਾਈ। ਕਦੋਂ ਦੇਖਿਆ ਹੈ? ਜਦੋਂ ਸ਼ਾਂਤਚਿਤ ਮਹਾਤਮਾ ਜਨਾਂ ਦੀ ਸੰਗਤ ਦੁਆਰਾ ਉਸ ਪ੍ਰਭੂ ਨੂੰ ਆਪਣੇ ਹਿਰਦੇ ਦੇ ਮਾਏ ਵਿੱਚ ਵੇਖਿਆ, ਤਦੋਂ ਸਭਨਾਂ ਵਿੱਚ ਉਹ ਪ੍ਰਭੂ ਹੀ ਵਸਦਾ ਪ੍ਰਤੀਤ ਹੋਇਆ ਹੈ। ਊਬ ਪਿਆਲ ਸਰਬ ਮਹਿ ਪੂਰਨ। ਜਦੋਂ ਸੰਤਾਂ ਦੀ ਸੰਗਤ ਦੁਆਰਾ ਰਸ ਮੰਗਲ ਗੁਣ ਗਾਏ। ਪ੍ਰੇਮ ਪੂਰਵਕ ਆਨੰਦ ਸਰੂਪ ਪ੍ਰਭੂ ਦੇ ਗੁਣ ਗਾਏ, ਤਦੋਂ ਊਬ ਉੱਚੇ ਆਕਾਸ਼ ਵਿੱਚ, ਪਿਆਲ ਪਤਾਲ ਆਦਿਕ ਸਾਰੀਆਂ ਥਾਵਾਂ ਦੇ ਵਿੱਚ ਪਰਮਾਤਮਾ ਪਰਿਪੂਰਨ ਰੂਪ ਦੇ ਵਿੱਚ ਵੇਖਣਾ ਕੀਤਾ ਹੈ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਜੋਗ ਭੇਖ ਸੰਨਿਆਸੈ ਪੇਖਿਓ। ਜੋਗ ਸੰਨਿਆਸ ਆਦਿਕ ਭੇਖਾਂ ਦੇ ਵਿੱਚ ਪ੍ਰਭੂ ਨੂੰ ਵੇਖਣਾ ਕੀਤਾ ਹੈ। ਜਤ ਜੰਗਮ ਕਾ ਪੜਾਈ। ਜਤੀਆਂ ਦੇ ਵਿੱਚ, ਜੰਗਮ ਤੁਰਨ ਫਿਰਨ ਵਾਲਿਆਂ ਵਿੱਚ ਅਤੇ ਕਾਪੜੀ ਭੇਖ ਵਾਲਿਆਂ ਵਿੱਚ ਵੀ ਉਸੇ ਪ੍ਰਭੂ ਨੂੰ ਵਸਦਾ ਵੇਖਣਾ ਕੀਤਾ ਹੈ। ਤਪੀ ਤਪੀਸੁਰ ਮਨ ਮੁਨ ਮਹਿ ਪੇਖਿਓ। ਤਪ ਕਰਨ ਵਾਲਿਆਂ ਤਪੀਆਂ ਦੇ ਈਸ਼ਰ ਭਾਵ ਵੱਡੇ ਤਪੀਏ ਜਾਂ ਰਾਜਸੀ ਅਤੇ ਸ਼ਾਂਤਗੀ ਤਪ ਕਰਨ ਵਾਲੇ ਮੁਨੀ ਜਨਾਂ ਦੇ ਵਿੱਚ ਵੀ ਉਸ ਪ੍ਰਭੂ ਨੂੰ ਵੇਖਣਾ ਕੀਤਾ ਹੈ। ਨਾਟ ਨਾਟਕ ਨਿਰਤਾਏ। ਜੋ ਨਟ ਸਵਾਂਗੀਆਂ ਦੇ ਵਿੱਚ
ਨਾਟਕ ਨਬਜ ਦੇਖਣ ਵਾਲੇ ਵੈਦਾਂ ਅਤੇ ਨਿਰਤਾਏ ਰਾਸਧਾਰੀਆਂ ਆਦਿ ਸਾਰਿਆਂ ਦੇ ਵਿੱਚ ਪ੍ਰਭੂ ਨੂੰ ਵਸਦਾ ਵੇਖਿਆ ਹੈ। ਇਸੇ ਪ੍ਰਕਾਰ ਨਾਟ ਨਾਟਕ ਨਿਰਤਾਏ ਜੋ ਸੰਸਾਰ ਦੀ ਬਾਜੀ ਪਾਉਣ ਵਾਲੇ ਈਸ਼ਰ ਰੂਪ ਨਾਟਕ ਤਮਾਸ਼ਿਆਂ ਨੂੰ ਰਚਣ ਵਾਲਿਆਂ ਅਤੇ ਪ੍ਰਭੂ ਦਾ ਨਿਰਣਾ ਕਰਨ ਨੂੰ ਨਿਰਤਕਾਰੀ ਕਰਨ ਵਾਲਿਆਂ ਵਿੱਚ ਵੀ ਇੱਕ ਬ੍ਰਹਮ ਨੂੰ ਵਿਆਪਕ ਵੇਖਣਾ ਕੀਤਾ ਹੈ। ਚਾਹੁ ਮਹਿ ਪੇਖਿਓ ਖਟ ਮਹਿ ਪੇਖਿਓ। ਚਾਰੇ ਵੇਦਾਂ ਵਿੱਚ ਵੀ ਉਸ ਪ੍ਰਭੂ ਨੂੰ ਵੇਖਿਆ ਹੈ। 6 ਸ਼ਾਸਤਰਾਂ ਵਿੱਚ ਵੀ ਉਸੇ ਪ੍ਰਭੂ ਦਾ ਸਿਧਾਂਤ ਵੇਖਿਆ ਹੈ। ਜਾਂ ਸ਼ਰਾਵਣ ਮੰਨਣ ਆਦਿਕ 4 ਅਵਸਥਾ ਵਾਲਿਆਂ ਵਿੱਚ ਵੀ ਉਸ ਪ੍ਰਭੂ ਨੂੰ ਵਸਦਾ ਵੇਖਿਆ ਹੈ। 10 ਅਸ਼ਟੀ ਸਿਮਰਤਾਏ ਅਤੇ ਖਾਟ ਸਮਧੀ ਵਾਲਿਆਂ ਤੁਰਿਆ ਪਦ ਵਾਲਿਆਂ ਵਿੱਚ ਵੀ ਉਸ ਪ੍ਰਭੂ ਨੂੰ ਵਸਦਾ ਵੇਖਿਆ ਹੈ। 10 ਤੇ 8 18 ਪੁਰਾਣਾ ਅਤੇ 27 ਸਿਮਰਤੀਆਂ ਵਿੱਚ ਵੀ ਉਸੇ ਪ੍ਰਭੂ ਨੂੰ ਵਸਦਾ ਵੇਖਿਆ ਹੈ। ਸਭ ਮਿਲ ਇੱਕੋ ਏਕ ਵਖਾਨਾ ਹੈ। ਇਹ ਸਾਰੇ ਮਿਲ ਕਰਕੇ ਇੱਕੋ ਇੱਕ ਬ੍ਰਹਮ ਨੂੰ ਹੀ ਕਥਨ ਕਰਦੇ ਹਨ। ਤਾਉ ਕਿਸ ਤੇ ਕਹੋ ਦੁਰਾਈ। ਤਾਂ ਫਿਰ ਮੈਂ ਕਿਸ ਤੋਂ ਕੁਝ ਛੁਪਾ ਕੇ ਕਹਿਣਾ ਕਰਾਂ। ਅਕਹੈ ਬੇਅੰਤ ਸੁਆਮੀ। ਓਹੋ ਮਾਲਕ ਪ੍ਰਭੂ ਡੂੰਘੇ ਤੋਂ ਡੂੰਘਾ ਬੇਅੰਤ ਸਰੂਪ ਹੈ। ਜਾਂ ਮਨ ਕਰਕੇ ਗ੍ਰਹਿਣ ਤੋਂ ਰਹਿਤ ਤਿੰਨਾਂ ਕਾਲਾਂ ਵਿੱਚ ਥਾ ਅਤੇ ਅੰਤ ਤੋਂ ਰਹਿਤ ਹੈ। ਨਹਿ ਕੀਮ ਮਾਏ। ਨਾ ਕੋਈ ਉਸ ਦੀ ਕੀਮਤ ਨੂੰ ਪਿੱਛੇ ਪਾ ਸਕਿਆ, ਨਾ ਕੋਈ ਉਸ ਦੀ ਕੀਮਤ ਹੁਣ ਪਾ ਸਕਦਾ ਅਤੇ ਨਾ ਹੀ ਅੱਗੇ ਨੂੰ ਉਸ ਦੀ ਕੀਮਤ ਪਾ ਸਕੇਗਾ। ਜਾਂ ਮਨ ਬਾਣੀ ਸਰੀਰ ਕਰਕੇ ਉਸ ਦੀ ਕੀਮਤ ਨਹੀਂ ਪਾਈ ਜਾ ਸਕਦੀ। ਜਨ ਨਾਨਕ ਤਿਨ ਕੈ ਬਲ ਬਲ ਜਾਈਐ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਤਿੰਨਾਂ ਜਨਾਂ ਦੇ ਉੱਪਰੋਂ ਬਲਿਹਾਰ ਕੁਰਬਾਨ ਜਾਈਏ। ਜੀ ਘਟ ਪ੍ਰਗਟਿਆਏ। ਜਿਨ੍ਹਾਂ ਦੇ ਹਿਰਦੇ ਵਿੱਚ ਉਹ ਪਰਮਾਤਮਾ ਆ ਕੇ ਪ੍ਰਗਟ ਸਾਖਿਆਤਕਾਰ ਹੋਇਆ ਹੈ। ਭੈਰਵ ਮਹੱਲਾ ਪੰਜਵਾ। ਭੈਰੋਂ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਸ਼ੋ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਨੇ। ਨਿਗਟ ਬੁੱਝੈ ਸੋ ਬੁਰਾ ਕਿਉ ਕਰੈ। ਇਹ ਭਾਈ ਜੋ ਮਨੁੱਖ ਪਰਮਾਤਮਾ ਨੂੰ ਆਪਣੇ ਨੇੜੇ ਬੁੱਝਦਾ ਹੈ, ਭਾਵ ਭਾਈ ਕਨਈਆ ਜੀ ਵਾਂਗ ਅੰਗ ਸੰਗ ਜਾਣਦਾ ਹੈ, ਉਹ ਮਨੁੱਖ ਕਿਸੇ ਦਾ ਬੁਰਾ ਮੰਦਾ ਕਿਵੇਂ ਕਰ ਸਕਦਾ ਹੈ। ਵੇਖੋ ਭਾਈ ਕਨਈਆ ਜੀ ਨੇ ਮੁਸਲਮਾਨਾਂ ਦੇ ਵਿੱਚ ਵੀ ਦੁਸ਼ਮਣਾਂ ਦੇ ਵਿੱਚ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਸ਼ਨ ਕਰਦਿਆਂ ਹੋਇਆਂ ਜਦ ਵੀ ਕੋਈ ਪਾਣੀ ਮੰਗਦਾ ਸੀ ਕਹਿਣ ਲੱਗਾ, ਮਹਾਰਾਜ ਮੈਂ ਸੱਚ ਬਚਨ ਕਹਿੰਦਾ, ਮੈਂ ਤਾਂ ਆਪਦੀ ਬੁੱਕ ਵਿੱਚ ਪਾਣੀ ਪਾਇਆ ਹੈ, ਮੈਂ ਤਾਂ ਕਿਸੇ ਦੁਸ਼ਮਣ ਨੂੰ ਜਲ ਨਹੀਂ ਛਕਾਇਆ। ਜਦ ਵੀ ਕੋਈ ਮੰਗਦਾ ਮੈਨੂੰ ਇਉਂ ਪ੍ਰਤੀਤ ਹੁੰਦਾ ਕਿ ਤੁਸੀਂ ਹੀ ਜ਼ਖਮੀ ਹੋ ਕੇ ਬੁੱਕ ਕੱਢ ਕੇ ਮੇਰੇ ਕੋਲੋਂ ਪਾਣੀ ਦੀ ਡਿਮਾਂਡ ਕਰ ਰਹੇ ਹੋ। ਫਿਰ ਮਹਾਰਾਜ ਦੱਸੋ ਮੈਂ ਤੁਹਾਨੂੰ ਜਲ ਨਾ ਛਕਾਵਾਂ ਜਾਂ ਤੁਸੀਂ ਮੰਗਦੇ ਹੋ। ਇਉਂ ਉਹ ਕਿਸੇ ਦਾ ਬੁਰਾ ਕਰ ਹੀ ਨਹੀਂ ਸਕਦਾ। ਸਭ ਹੈ ਘਟ ਰਾਮ ਬੋਲੇ ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ ਰਹਾਉ। ਇਕਲ ਮਾਟੀ ਕੁੰਜਰ ਚੀਟੀ ਭਾਜਨ ਹੈ ਬੋ ਨਨ ਰੇ। ਅਸਤਾਵਰ ਜੰਗਮ ਕੀਟ ਪਤੰਗਮ ਘਟ ਘਟ ਰਾਮ ਸਮਾਨ ਰੇ। ਇਕਲ ਚਿੰਤਾ ਰਾਖੀ ਅਨੰਤ ਔਰ ਤਜੋ ਸਭ ਆਸਾ ਰੇ।
ਪਰਨ ਮੈਂ ਨਾਮਾ ਭਏ ਨੇ ਕੰਮ, ਉਹ ਠਾਕੁਰ ਕੋ ਦਾਸਾ ਰੇ। ਜਿਨਨੇ ਸਮਝ ਲਿਆ ਹੈ ਕਿ ਨੀਰੈ ਨਾਹੀ ਦੂਰ, ਨਿਜਾਤ ਮੈਂ ਰਹਿਆ ਭਰਪੂਰ, ਉਹ ਕਦੀ ਵੀ ਕਿਸੇ ਦਾ ਬੁਰਾ ਨਹੀਂ ਕਰ ਸਕਦਾ। ਇੱਕ ਬਹੁਤ ਬੀਤਰਾਗ ਮਹਾਂਪੁਰਖ ਆਪਣਾ ਸਥਾਨ ਬਣਾ ਕੇ ਸਾਧਨਾ ਕਰ ਰਹੇ ਸਨ। ਉਹਨਾਂ ਦੀ ਕਰੜੀ ਮਰਜ਼ਾਦਾ ਹੋਣ ਦੇ ਕਾਰਨ ਉਹਨਾਂ ਕੋਲ ਕੋਈ ਸੇਵਕ ਨਹੀਂ ਠਹਿਰਦਾ ਸੀ। ਮਹਾਤਮਾ ਦੀ ਉਮਰ ਵੀ ਬੁਢੇਪੇ ਵੱਲ ਚਲੀ ਗਈ ਸੀ। ਇੱਕ ਵਾਰ ਦੋ ਮਨੁੱਖ ਸ਼ਿਸ਼ ਬਣਨ ਵਾਸਤੇ ਆਏ ਤੇ ਬੇਨਤੀ ਕੀਤੀ ਕਿ ਮਹਾਤਮਾ ਜੀ ਸਾਨੂੰ ਆਪਣੇ ਚੇਲੇ ਬਣਾ ਲਵੋ। ਤਾਂ ਮਹਾਤਮਾ ਨੇ ਪ੍ਰੀਖਿਆ ਲੈਣ ਵਾਸਤੇ ਅਧਿਕਾਰੀ ਅਤੇ ਅਨਅਧਿਕਾਰੀ ਪਰਖਣ ਲਈ ਕਸਵੱਟੀ ਰੱਖ ਦਿੱਤੀ। ਉਹਨਾਂ ਨੂੰ ਕਿਹਾ ਕਿ ਮੈਂ ਤੁਹਾਨੂੰ ਆਪਣਾ ਚੇਲਾ ਤਦ ਬਣਾਵਾਂਗਾ ਜਦੋਂ ਤੁਸੀਂ ਇਹ ਦੋ ਕਬੂਤਰ ਲੈ ਜਾਵੋ ਤੇ ਇਹਨਾਂ ਨੂੰ ਬਾਹਰੋਂ ਮਾਰ ਕੇ ਲੈ ਕੇ ਆਵੋਗੇ, ਤਦੋਂ ਫਿਰ ਤੁਹਾਨੂੰ ਚੇਲਾ ਬਣਾ ਕੇ ਉਪਦੇਸ਼ ਦੇਵਾਂਗਾ। ਪਰ ਸ਼ਰਤ ਇਹ ਹੈ ਕਿ ਮਾਰਨਾ ਉੱਥੇ ਹੈ ਜਿੱਥੇ ਕੋਈ ਵੇਖਦਾ ਨਾ ਹੋਵੇ। ਉਹ ਦੋਨੋਂ ਮਨੁੱਖ ਵਚਨ ਮੰਨ ਕੇ ਇੱਕ ਪੂਰਬ ਵੱਲ ਇੱਕ ਪੱਛਮ ਵੱਲ ਜੰਗਲ ਵੱਲ ਨੂੰ ਤੁਰ ਪਿਆ। ਉਹਨਾਂ ਦੋਨਾਂ ਵਿੱਚੋਂ ਇੱਕ ਇੰਨਾ ਕਾਹਲਾ ਸੀ ਚੇਲਾ ਬਣਨ ਲਈ, ਕਿਉਂਕਿ ਮਹਾਤਮਾ ਦੀ ਪ੍ਰਾਪਰਟੀ ਦੇਖਦੀ ਸੀ, ਉਹਨਾਂ ਦੀ ਉਮਰ ਦੇਖਦੀ ਸੀ ਵੀ ਇਹ ਤਾਂ ਚੜ੍ਹਨ ਵਾਲੀ ਨੇ, ਮੈਂ ਕਬਜ਼ਾ ਕਰ ਲਵਾਂ। ਉਹ ਥੋੜ੍ਹੀ ਕੁ ਦੂਰ ਜਾ ਕੇ ਲਾਲਚੀ ਬੰਦਾ ਇੱਕ ਬ੍ਰਿਕਸ਼ ਦੇ ਓਲੇ ਹੋਇਆ ਤੇ ਕਬੂਤਰ ਦੀ ਗਰਦਨ ਮਰੋੜ ਕੇ ਲਿਆ ਮਹਾਤਮਾ ਦੇ ਚਰਨਾਂ 'ਚ ਰੱਖਿਆ। ਕਹਿੰਦਾ ਲਓ ਜੀ, ਮੈਂ ਦੂਜੇ ਨਾਲੋਂ ਛੇਤੀ ਵਾਪਸ ਆਇਆ, ਇਸ ਕਰਕੇ ਮੈਨੂੰ ਜੇਠਾ ਚੇਲਾ ਬਣਾਓ। ਮਹਾਂਪੁਰਖਾਂ ਨੇ ਕਿਹਾ ਬੈਠ ਜਾ, ਦੂਜੇ ਨੂੰ ਆ ਲੈਣ ਦੇ। ਕੁਝ ਸਮੇਂ ਬਾਅਦ ਉਹ ਦੂਜਾ ਵਿਅਕਤੀ ਜਿਉਂਦਾ ਕਬੂਤਰ ਲੈ ਕੇ ਆ ਗਿਆ। ਪਹਿਲਾ ਬੈਠਾ ਵਿਅਕਤੀ ਬੋਲ ਉੱਠਿਆ ਕਿ ਨਲਾਇਕ ਹੈ, ਵੇਖੋ ਇਹਨੇ ਤੁਹਾਡਾ ਬਚਨ ਨਹੀਂ ਮੰਨਿਆ, ਇਸ ਲਈ ਤੁਸੀਂ ਇਹਨੂੰ ਛੱਡ ਕੇ ਮੈਨੂੰ ਆਪਣਾ ਸ਼ਿਸ਼ ਬਣਾਓ। ਤਾਂ ਮਹਾਂਪੁਰਖਾਂ ਨੇ ਕਿਹਾ ਕਿ ਤੂੰ ਨਾ ਬੋਲ, ਮੈਨੂੰ ਇਹਦੀ ਮਜਬੂਰੀ ਤਾਂ ਪੁੱਛ ਲੈਣ ਦੇ ਕਿ ਇਹਨੇ ਕਬੂਤਰ ਮਾਰ ਕੇ ਲਿਆਂਦਾ ਕਿਉਂ ਨਹੀਂ, ਮਾਰ ਕੇ ਕਿਉਂ ਨਹੀਂ ਲਿਆਂਦਾ, ਜਿਉਂਦਾ ਕਿਉਂ ਲਿਆਂਦਾ। ਤਦੋਂ ਉਸਨੇ ਕਿਹਾ ਕਿ ਮਹਾਂਪੁਰਖੋ, ਮੈਂ ਤੁਹਾਡੀ ਸ਼ਰਤ ਪੂਰੀ ਨਹੀਂ ਕਰ ਸਕਿਆ ਤੇ ਸ਼ਾਇਦ ਨਾ ਹੀ ਕਰ ਪਾਵਾਂਗਾ, ਇਸ ਲਈ ਚੇਲਾ ਬਣਾਓ ਤੇ ਭਾਵੇਂ ਨਾ ਬਣਾਓ, ਇਹ ਤੁਹਾਡੀ ਆਪਦੀ ਮਰਜ਼ੀ ਹੈ। ਪਰ ਤੁਸੀਂ ਆਖਿਆ ਸੀ ਕਿ ਕਬੂਤਰ ਨੂੰ ਉੱਥੇ ਮਾਰਨਾ ਜਿੱਥੇ ਕੋਈ ਵੇਖਦਾ ਨਾ ਹੋਵੇ। ਪਹਿਲਾਂ ਮੈਂ ਜੰਗਲ ਵਿੱਚ ਗਿਆ, ਉੱਥੇ ਬਹੁਤ ਸਾਰੇ ਪੰਛੀ ਦੇਖ ਰਹੇ ਸਨ। ਮੈਂ ਹੋਰ ਅੱਗੇ ਇੱਕ ਗੁਫਾ ਵਿੱਚ ਗਿਆ ਜਿੱਥੇ ਜਾਨਵਰ ਤਾਂ ਕੋਈ ਦੇਖਦਾ ਨਹੀਂ ਸੀ, ਪਰ ਇਹ ਕਬੂਤਰ ਮੇਰੇ ਵੱਲ ਵੇਖ ਰਿਹਾ ਸੀ ਤੇ ਮੈਂ ਇਹਦੇ ਵੱਲ ਵੇਖ ਰਿਹਾ ਸੀ। ਫਿਰ ਮੈਂ ਕਬੂਤਰ ਦੀਆਂ ਅੱਖਾਂ ਉੱਪਰ ਪੱਟੀ ਬੰਨੀ ਤੇ ਇਹਨੂੰ ਮਾਰਨ ਲੱਗਾ ਤਾਂ ਮੈਨੂੰ ਚੇਤਾ ਆਇਆ ਕਿ ਮੇਰੀਆਂ ਅੱਖਾਂ ਇਸ ਨੂੰ ਦੇਖ ਰਹੀਆਂ। ਫਿਰ ਮੈਂ ਆਪਣੀਆਂ ਅੱਖਾਂ ਉੱਪਰ ਵੀ ਪੱਟੀ ਬੰਨ ਲਈ। ਫਿਰ ਜਦ ਮਾਰਨ ਲੱਗਾ ਤਾਂ ਮੇਰੇ ਅੰਦਰੋਂ ਇੱਕ ਸੋਚ ਫੁਰੀ ਕਿ ਪਰਮਾਤਮਾ ਹਰ ਜਗ੍ਹਾ ਵੇਖਦਾ। ਮੈਂ ਇਸ ਕਬੂਤਰ ਤੇ ਆਪਣੀਆਂ ਅੱਖਾਂ ਦੇ ਪੱਟੀ ਬੰਨ ਲਈ ਹੈ, ਪਰ ਪਰਮਾਤਮਾ ਦੀਆਂ ਅੱਖਾਂ ਉੱਪਰ ਪੱਟੀ ਕਿਵੇਂ ਬੰਨਾਂਗਾ? ਜਿਹੜਾ ਮੈਨੂੰ ਇਹਦੀ ਗਰਦਨ ਦਾ ਅਹਿਸਾਸ ਕਰਾ ਰਿਹਾ ਹੈ ਕਿ ਇਹਦੀ ਗਰਦਨ ਇੱਥੋਂ ਮਰੋੜ, ਉਹ ਅੰਦਰਲੀ ਆਤਮਾ ਤਾਂ ਦੇਖ ਹੀ ਰਹੀ ਹੈ, ਇਸ ਲਈ ਮੈਂ ਇਸ ਕਬੂਤਰ ਨੂੰ ਮਾਰਿਆ ਨਹੀਂ। ਇਹ ਸੁਣ ਕੇ ਮਹਾਤਮਾ ਬੜੇ ਖੁਸ਼ ਹੋਏ ਤੇ ਕਿਹਾ ਕਿ ਤੂੰ ਮੇਰੀ ਕਸਵੱਟੀ ਤੇ ਖਰਾ ਉਤਰਿਆ, ਤੂੰ ਕੇਵਲ ਮੇਰਾ ਚੇਲਾ ਹੀ ਨਹੀਂ ਬਲਕਿ ਮੇਰਾ ਉੱਤਰਾਧਿਕਾਰੀ ਬਣਨ ਦੇ ਯੋਗ ਹੈ, ਜਿਸ ਨੂੰ ਰੱਬ ਦੇ ਉੱਪਰ ਐਸਾ ਨਿਸ਼ਚਾ ਹੈ। ਫਿਰ ਦੂਜੇ ਨੂੰ ਤਾੜਨਾ ਕਰਦੇ ਕਿਹਾ, ਓਏ ਜਾ, ਓਏ ਤੂੰ ਮੇਰੇ ਅਸਥਾਨ ਤੋਂ ਬਾਹਰ ਚਲਿਆ ਜਾ। ਜੀਵ ਹਿੰਸਾ ਕਰਨ ਵਾਲੇ ਵਿਅਕਤੀਆਂ ਨਾਲ ਸਤਿਪੁਰਖਾਂ ਦਾ ਕੋਈ ਵਾਸਤਾ ਨਹੀਂ ਹੁੰਦਾ। ਤੂੰ ਬਹੁਤ ਨਿਰਦਈ ਪੁਰਖ ਹੈ। ਅੱਜ ਤੂੰ ਚੇਲਾ ਬਣਨ ਦੇ ਲਾਲਚ ਕਬੂਤਰ ਦੀ ਗਰਦਨ ਮਰੋੜੀ ਹੈ, ਕੱਲ ਨੂੰ ਤੂੰ ਮੇਰਾ ਸਥਾਨ ਸੰਭਲ ਲਈ ਮੇਰੀ ਗਰਦਨ ਮਰੋੜ ਦੇਵੇਂਗਾ, ਤੇਰਾ ਕੀ ਭਰੋਸਾ? ਜੇਕਰ ਤੂੰ ਸ਼ਿਸ਼ ਬਣਨਾ ਤਾਂ ਆਪਣੇ ਵਰਗਾ ਹੀ ਕੋਈ ਪਖੰਡੀ ਸੰਤ ਵੇਖ ਲੈ। ਸੋ ਇੰਜ ਜਿਹੜਾ ਪਰਮਾਤਮਾ ਨੂੰ ਸਦਾ ਅੰਗ ਸੰਗੇ ਆ ਭੰਗੰ ਬੇਭੂਤੇ ਹਮੇਸ਼ਾ ਅੰਗ ਸੰਗ ਸਮਝਦਾ ਹੈ, ਉਹ ਕਿੱਲੀ ਤੇ ਗਾਤਰਾ ਟੰਗ ਕੇ ਰਾਤ ਨੂੰ ਬੱਕਰੇ ਮਾਰ ਕੇ ਜਾਂ ਕੁੱਕੜ ਵੱਢ ਕੇ ਨਹੀਂ ਖਾਂਦਾ, ਸ਼ਰਾਬ ਦੀਆਂ ਬੋਤਲਾਂ ਖਾਲੀ ਨਹੀਂ ਕਰਦਾ ਵੀ ਸਵੇਰੇ ਨਹਾ ਕੇ ਗਾਤਰਾ ਫਿਰ ਪਾ ਲਵਾਂਗੇ। ਅੰਮ੍ਰਿਤ ਦਾ ਕਿਹੜਾ ਵਿਗੜ ਚੱਲਿਆ ਕੁਛ? ਕੱਪੜੇ ਵੀ ਧੋਤੇ, ਗਾਤਰਾ ਵੀ ਆਪਾਂ ਲਾ ਲਿਆ, ਮੁੜ ਕੇ ਫਿਰ ਪਾ ਲਵਾਂਗੇ।
ਤੋ ਇਹੋ ਜਿਹੇ ਬੰਦੇ ਦੇ ਰੱਬ ਨਜ਼ਦੀਕ ਦੀ ਨਹੀਂ ਲੰਘਦਾ। ਇਸ ਲਈ ਸੋ ਜਿਹੜਾ ਅੰਗ ਸੰਗ ਸਮਝਦਾ ਉਹ ਕਿਸੇ ਦਾ ਬੁਰਾ ਕਿਵੇਂ ਕਰ ਸਕਦਾ, ਭਾਵ ਨਹੀਂ ਕਰ ਸਕਦਾ। ਮੈਨੂੰ ਯਾਦ ਕਿ ਸਾਡੇ ਬਜ਼ੁਰਗਾਂ ਨੇ ਕਿਸੇ ਕੋਲੋਂ ਚਾਹ ਵੀ ਬਣਾਉਣੀ ਹੁੰਦੀ, ਕਿਤੇ ਹੌਸਪੀਟਲ ਜਾਂ ਕਿਤੇ ਐਮਰਜੈਂਸੀ, ਬਾਹਰੋਂ ਕਿਸੇ ਦੁਕਾਨਦਾਰ ਰੇਹੜੀ ਵਾਲੇ ਤੋਂ, ਉਹਨੂੰ ਕਹਿਣਾ ਵੀ ਤੂੰ ਆਂਡੇ ਉਬਾਲ ਦੇਂਗਾ ਮੈਨੂੰ। ਜੇ ਤਾਂ ਉਹਨੇ ਕਹਿਣਾ ਵੀ ਲਿਆਓ ਮੈਂ ਉਬਾਲ ਦਿਆਂਗਾ, ਫਿਰ ਕਹਿਣਾ ਸਤਿ ਸ੍ਰੀ ਅਕਾਲ, ਸਾਡਾ ਤੇਰੇ ਨਾਲ ਕੋਈ ਵਾਹ ਵਾਸਤਾ ਨਹੀਂ। ਜੇ ਕਹੇ ਵੀ ਨਹੀਂ ਮੈਂ ਤਾਂ ਅੰਡੇ ਮੀਟ ਨੂੰ ਹੱਥ ਨਹੀਂ ਲਾਉਂਦਾ, ਫਿਰ ਕਹਿਣਾ ਲੈ ਆ ਦੁੱਧ ਲੈ, ਭਾਂਡੇ ਨੂੰ ਧੋ ਕੇ ਇਹਨੂੰ ਗਰਮ ਕਰਕੇ ਪੱਤੀ ਪਾ ਕੇ ਚਾਹ ਬਣਾ ਦੇ। ਮਤਲਬ ਪਹਿਲਾਂ ਪਰਖ ਲੈਣਾ ਬੰਦਾ। ਤੋ ਇਸ ਵਾਸਤੇ ਮਹਾਰਾਜ ਫਰਮਾਉਂਦੇ ਨੇ, ਨਿਕਟ ਬੁੱਝੈ ਸੋ ਬੁਰਾ ਕਿਉ ਕਰੈ। ਜਿਹੜਾ ਇਨਸਾਨ ਵਾਹਿਗੁਰੂ ਨੂੰ ਨੇੜੇ ਸਮਝਦਾ ਹੈ ਉਹ ਕਿਸੇ ਦਾ ਬੁਰਾ ਕਰ ਹੀ ਨਹੀਂ ਸਕਦਾ। ਪਾਤਸ਼ਾਹ ਫਰਮਾਉਂਦੇ, ਪਰ ਕਾ ਬੁਰਾ ਨਾ ਰੱਖੋ ਚੀਤ, ਤੁਮਕੋ ਦੁੱਖ ਨਹੀਂ ਭਾਈ ਮੀਤ। ਬਿਖ ਸੰਚੈ ਨਿਤ ਡਰਤਾ ਫਿਰੈ। ਜੋ ਮਨੁੱਖ ਛਲ ਫਰੇਬ ਕਰਕੇ ਜ਼ਹਿਰ ਰੂਪ ਮਾਇਆ ਨੂੰ, ਵਿਸ਼ਿਆਂ ਨੂੰ ਇਕੱਤਰ ਕਰਦਾ ਹੈ, ਉਹ ਨਿਤਾ ਪ੍ਰਤੀ ਸਰਕਾਰੀ ਹੁਕਮਰਾਨਾਂ ਤੋਂ, ਕਾਲ ਤੋਂ ਡਰਦਾ ਫਿਰਦਾ ਰਹਿੰਦਾ ਹੈ ਤੇ ਕਿਤੇ ਨਾ ਕਿਤੇ ਕਾਬੂ ਆਈ ਜਾਂਦਾ। 100 ਦਿਨ ਚੋਰ ਦਾ ਤੇ 1 ਦਿਨ ਸਾਧ ਦਾ। ਸ਼ਰਾਬ ਤਾਂ ਫੜੀ ਜਾਊਗੀ ਭੱਠੀ ਕਿਤੇ ਨਾ ਕਿਤੇ, ਮੁੜ ਕੇ ਦੇਣੇ ਦੇ ਆਪਣਾ ਲੈਣੇ ਦੇ ਦੇਣੇ ਪੈ ਜਾਂਦੇ, ਡਬਲ ਸਭ ਕੁਝ ਦੇਣਾ ਪੈਂਦਾ। ਨਿਕਟੇ ਅਰ ਭੇਦ ਨਾ ਪਾਇਆ। ਉਹ ਪਰਮਾਤਮਾ ਹੈ ਤਾਂ ਨੇੜੇ ਤੋਂ ਨੇੜੇ, ਅਰ ਪੁਨ੍ਹਾ ਪਰ ਕਿਸੇ ਨੇ ਉਸ ਵਾਹਿਗੁਰੂ ਦਾ ਭੇਤ ਨਹੀਂ ਪਾਇਆ ਹੈ ਸਾਡੇ ਵਿੱਚ ਹੀ ਹੈ। ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਪਤਾ ਨਹੀਂ ਕਿਹੜੇ ਲਿਬਾਸ ਦੇ ਵਿੱਚ ਉਹਨੇ ਆ ਜਾਣਾ ਹੈ, ਕਿਸੇ ਨੇ ਉਹਦਾ ਭੇਤ ਨਹੀਂ ਪਾਇਆ। ਬਿਨ ਸਤਿਗੁਰ ਸਭ ਮੋਹੀ ਮਾਇਆ। ਸਤਿਗੁਰੂ ਧਾਰਨ ਤੋਂ ਬਿਨਾਂ ਸਾਰੀ ਦੁਨੀਆ ਮਾਇਆ ਦੀ ਮੋਹਤ ਕੀਤੀ ਹੋਈ ਹੈ। ਨੇੜੇ ਨੇੜੇ ਸਭ ਕੋ ਕਹੈ। ਵੇਦਾਂ ਸ਼ਾਸਤਰਾਂ ਨੂੰ ਪੜ੍ਹਨ ਵਾਲੇ ਕੋਲ ਕੋਲ ਤਾਂ ਸਭ ਕੋਈ ਆਖੀ ਜਾਂਦੇ ਨੇ ਕਿ ਪਰਮਾਤਮਾ ਨੇੜੇ ਹੈ, ਨੇੜੇ ਹੈ। ਗੁਰਮੁਖ ਭੇਦ ਵਿਰਲਾ ਕੁਲ ਹੈ। ਪਰ ਮੁਖੀ ਗੁਰਾਂ ਦੁਆਰਾ ਕੋਈ ਟਾਵਾਂ ਟਾਵਾਂ ਹੀ ਆਪਣੇ ਕੋਲ ਵਸਦੇ ਪਰਮਾਤਮਾ ਦੇ ਅਨੁਭਵ ਦਾ ਭੇਤ ਪ੍ਰਾਪਤ ਕਰਦਾ ਹੈ। ਉਹਨਾਂ ਵਿੱਚੋਂ ਭਾਈ ਬਾਲਾ ਜੀ ਸਰਵ ਸ੍ਰੇਸ਼ਟ ਹੋਏ ਨੇ, ਜਿਹੜੇ ਹਮੇਸ਼ਾ ਸਤਿਗੁਰੂ ਨਾਨਕ ਦੇਵ ਜੀ ਨੂੰ ਅੰਗ ਸੰਗ ਜਾਣਦੇ ਸਨ। ਅਤੇ ਬੇਬੇ ਨਾਨਕੀ ਜੀ ਵੇਖੋ ਸੁਲਤਾਨਪੁਰ ਲੋਧੀ ਦੇ ਵਿੱਚ ਤਵੇ ਤੇ ਪ੍ਰਸ਼ਾਦਾ ਪਾਉਂਦਿਆਂ ਸਾਰ ਜਦ ਪ੍ਰਸ਼ਾਦਾ ਫੁੱਲਿਆ ਤੇ ਫੁੱਲਿਆ ਪ੍ਰਸ਼ਾਦਾ ਵੇਖ ਕੇ ਫੁਰਨਾ ਕੀਤਾ ਕਿ ਇਹ ਤਾਂ ਮੇਰੇ ਵੀਰ ਦੇ ਖਾਣ ਯੋਗ ਹੈ। ਜੇ ਕਿਤੇ ਮੇਰਾ ਵੀਰ ਇੱਥੇ ਆ ਜਾਏ ਤਾਂ ਮੈਂ ਇਹ ਪ੍ਰਸ਼ਾਦਾ ਉਸ ਨੂੰ ਛਕਾਵਾਂ। ਇਉਂ ਸਾਧ ਸੰਗਤ ਜੀਓ ਫੁਰਨਾ ਕਰਦਿਆਂ ਸਾਰੀ ਪ੍ਰਸ਼ਾਦਾ ਲਾ ਕੇ ਚੰਗੇਰ 'ਚ ਰੱਖਿਆ ਤੇ ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਕੁੰਡਾ ਖੜਕਾਇਆ। ਜਿਸ ਵਕਤ ਕੁੰਡਾ ਖੋਲ੍ਹਿਆ ਦਰਸ਼ਨ ਕਰਕੇ ਆਸ਼ਿਸ਼ ਕਰ ਉੱਠੀ, ਆਖਿਆ ਲਿਆਓ ਬੇਬੇ ਜੀ ਸਾਨੂੰ ਭੁੱਖ ਬੜੀ ਲੱਗੀ ਆ, ਪ੍ਰਸ਼ਾਦੇ ਪੱਕੇ ਨੇ? ਕਹਿੰਦੇ ਹਾਂ ਜੀ ਬੈਠੋ। ਪ੍ਰਸ਼ਾਦਾ ਛਕਾ ਕੇ ਮਰਦਾਨੇ ਤੋਂ ਪੁੱਛਿਆ, ਭਾਈ ਮਰਦਾਨਾ ਜੀ ਕਿੱਥੇ ਸੀ ਤੁਸੀਂ? ਕਹਿੰਦੇ ਬੇਬੇ ਜੀ ਅਸੀਂ ਬਹੁਤ ਦੂਰ ਸੀਗੇ, ਪਤਾ ਨਹੀਂ ਹਜ਼ਾਰਾਂ ਹੀ ਕੋ। ਤੇ ਮਹਾਰਾਜ ਨੇ ਇੱਕਦਮ ਮੈਨੂੰ ਆਖਿਆ ਕਿ ਮਰਦਾਨਿਆਂ ਰਬਾਬ ਵਜਾ ਕੀਰਤਨ ਕਰੀਏ। ਸਾਨੂੰ ਬੇਬੇ ਜੀ ਯਾਦ ਕਰਦੀ ਹੈ ਤੇ ਉਹ ਸ਼ਬਦ ਪੜ੍ਹਦਿਆਂ ਮੇਰੀਆਂ ਅੱਖਾਂ ਬੰਦ ਹੋ ਗਈਆਂ। ਵੇਖਿਆ ਬੰਦ ਤੁਹਾਡੇ ਘਰ ਅੱਗੇ ਖੜੇ ਆ। ਇੰਜ ਮਿੰਟਾਂ ਸਕਿੰਟਾਂ ਜੀ ਗੁਰੂ ਸਾਹਿਬ ਜੀ ਪਹੁੰਚ ਗਏ। ਇਉਂ ਜਿਹੜਾ ਤਾਂ ਨੇੜੇ ਜਾਣਦਾ ਉਹਦੇ ਤਾਂ ਨੇੜੇ ਹੈ, ਜਿਹੜਾ ਮੇਰੇ ਵਰਗਾ ਦੂਰ ਜਾਣਦਾ ਉਹਨੂੰ ਲੱਭਦਾ ਨਹੀਂ ਹੈ। ਗੁਰਮੁਖ ਭੇਦ ਬਿਰਲਾ ਕੂਲ ਹੈ। ਮੁਖੀ ਗੁਰਾਂ ਦੁਆਰਾ ਕੋਈ ਵਿਰਲਾ ਮਹਾਂਪੁਰਖ ਹੀ
ਆਪਣੇ ਕੋਲ ਵਸਦੇ ਪਰਮਾਤਮਾ ਦੇ ਅਨੁਭਵ ਦਾ ਭੇਦ ਪ੍ਰਾਪਤ ਕਰ ਸਕਦਾ ਹੈ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ, ਨਿਕਟ ਨਾ ਦੇਖੈ ਪਰ ਗ੍ਰਹਿ ਜਾ। ਮਨਮੁਖ ਪੁਰਖ ਪਰਮਾਤਮਾ ਨੂੰ ਆਪਣੇ ਨੇੜੇ ਨਹੀਂ ਦੇਖਦਾ, ਜਿਸ ਕਰਕੇ ਉਹ ਪਰਾਏ ਘਰਾਂ ਦੇ ਵਿੱਚ ਵਿਭਚਾਰ ਕਰਨ ਲਈ, ਚੋਰੀ ਕਰਨ ਵਾਸਤੇ ਜਾਂਦਾ ਹੈ, ਕੰਧਾਂ ਕੋਲੇ ਟੱਪਦਾ ਹੈ। ਦਰਬ ਹੀਰਾ ਮਿਥਿਆ ਕਰ ਖਾ। ਧਨ ਨੂੰ ਚਰਾਉਂਦਾ ਹੈ ਤੇ ਝੂਠ ਬੋਲ ਕੇ ਭੋਜਨ ਖਾਂਦਾ ਹੈ। ਈਠ ਗੌਰੀ ਹਰ ਸੰਗ ਨਾ ਜਾਣਿਆ। ਮਹਾਰਾਜ ਦਾ ਬਚਨ ਹੈ, ਕੂੜ ਬੋਲ ਮੁਰਦਾਰ ਖਾਏ। ਉਹ ਲੋਕ ਮੁਰਦੇ ਨੂੰ ਹੱਥ ਨਹੀਂ ਲਾਉਂਦੇ, ਟੱਚ ਨਹੀਂ ਕਰਦੇ। ਕਿਤੇ ਸੰਸਕਾਰ ਕਰਾਉਣ ਜਾਣ, ਆ ਕੇ ਕੱਪੜੇ ਬਾਥਰੂਮ 'ਚ ਸੁੱਟ ਦਿੰਦੇ ਨੇ। ਕੇਸੀ ਨਹਾ ਕੇ ਕੱਪੜੇ ਧੋ ਕੇ ਪਾਣੀ 'ਚੋਂ ਕੱਢ ਕੇ ਫੇਰ ਬਾਹਰ ਨਿਕਲਦੇ ਨੇ। ਕਹਿੰਦੇ ਪਰੇ ਹੋ ਜਾਓ, ਜਿੱਥੇ ਮੁਰਦਾ ਹੋਵੇ ਉਹ ਘਰ ਨੂੰ ਧੋਂਦੇ ਨੇ, ਭਾਵੇਂ ਸਗਾ ਪਿਓ ਹੀ ਕਿਉਂ ਨਾ ਹੋਏ, ਮਾਫ ਕਰਨਾ। ਪਰ ਮਰਿਆਂ ਨੂੰ ਖਾਂਦੇ ਨੇ। ਦੱਸੋ ਕਿੰਨੀ ਹੈਰਾਨੀ ਦੀ ਗੱਲ ਹੈ। ਮਰੇ ਦੇ ਨੇੜੇ ਨਹੀਂ ਜਾਂਦੇ ਤੇ ਮਾਰ ਕੇ ਖਾਂਦੇ ਨੇ। ਢਿੱਡ 'ਚ ਜਾ ਕੇ ਢਿੱਡ ਕਿੱਥੋਂ ਪਵਿੱਤਰ ਰਹੂਗਾ। ਇੱਕ ਕਾਜੀ ਕੁਕੜੀ ਜੇਬਾ ਕਰ ਰਿਹਾ ਸੀਗਾ, ਉਹ ਗਰਮ ਗਰਮ ਕੁਕੜੀ ਉਹਦੇ ਹੱਥੋਂ ਛੁੱਟ ਗਈ। ਖੂਨ ਦੇ ਛਿੱਟੇ ਉਹਦੇ ਚਿੱਟੇ ਚੋਲੇ ਤੇ ਪੈ ਗਏ ਤੇ ਉਹਨੇ ਕੱਪੜੇ ਲਾ ਕੇ ਥੂ ਥੂ ਕਰਕੇ ਨਹਾ ਧੋ ਕੇ ਨਵੇਂ ਕੱਪੜੇ ਪਹਿਨ ਲਏ। ਮਰ ਕਹਿੰਦੇ ਵਾਹ ਉਹੀ ਕਾਜੀ, ਪਹਿਲੇ ਕੱਪੜਿਆਂ ਨੂੰ ਕੀ ਹੋ ਗਿਆ? ਕਹਿੰਦਾ ਜੀ ਖੂਨ ਦੇ ਛਿੱਟੇ ਪੈ ਕੇ ਅਪਵਿੱਤਰ ਹੋ ਗਏ। ਮਾਰੇ ਕਹਿੰਦੇ ਉਹ ਭਲਿਆ ਮਾਨਸਾ, ਜੇ ਰਤ ਲੱਗਿਆ ਕੱਪੜਾ ਜਾਮਾ ਹੋਏ ਪਲੀਤ। ਮੈਂ ਆਪਦੀਆਂ ਅੱਖਾਂ ਨਾਲ ਵੇਖਿਆ, ਬੱਕਰਾ ਵੱਢ ਕੇ ਸਾਡੀ ਕੈਟਾਗਰੀ ਦੇ ਬੰਦੇ ਹੀ ਉਹ ਗੱਡ ਗੱਡ ਕਰਕੇ ਖੂਨ ਪੀ ਜਾਂਦੇ ਬੱਕਰੇ ਦਾ। ਉਹ ਜਦੋਂ ਗਲਾ ਵੱਢਦੇ ਉਹਦੇ ਅੱਗੇ ਉਹ ਆਪਦਾ ਭਾਂਡਾ ਬਾਟਾ ਲਾ ਦਿੰਦੇ ਸਰਬਲੋਹ ਦਾ, ਤੇ ਉਹ ਬਾਟਾ ਭਰ ਕੇ ਪਤਾ ਨਹੀਂ ਰਾਖਸ਼ ਦੈਂਤ ਨੇ ਜਾਂ ਬੰਦੇ ਨੇ, ਮੈਨੂੰ ਤਾਂ ਸਮਝ ਨਹੀਂ ਆਈ ਉਹਨਾਂ ਦੀ। ਉਹ ਬਾਟਾ ਮੂੰਹ ਨੂੰ ਲਾ ਕੇ ਉਹ ਸਿੱਧਾ ਹੀ ਖੂਨ ਪੀ ਜਾਂਦੇ ਡਾਇਰੈਕਟਲੀ। ਦੱਸੋ ਕਿੰਨੀ ਹਾਸੋਹੀਣੀ ਬਾਤ ਹੈ। ਉਹ ਕਹਿੰਦੇ ਸੂਤਕ ਪਾਤਕ ਹੈ। ਮਰੇ ਦੇ ਨਜ਼ਦੀਕ ਨਹੀਂ ਜਾਣਾ ਜੀ, ਅਪਵਿੱਤਰ ਹੋ ਗਏ ਜੀ। ਤੋ ਇਸ ਲਈ ਮਾਰੇ ਕਹਿੰਦੇ ਜੇ ਰਤ ਲੱਗਿਆ ਕੱਪੜਾ ਜਾਮਾ ਹੋਏ ਪਲੀਤ, ਜੋ ਰਤ ਪੀਵੈ ਮਾਨਸਾ ਤਿਨ ਕਿਉਂ ਨਿਰਮਲ ਚੀਤ। ਜਿਹੜੇ ਬੰਦੇ ਖੂਨ ਪੀਂਦੇ ਨੇ, ਦੱਸੋ ਉਹਨਾਂ ਦਾ ਚਿੱਤ ਨਿਰਮਲ ਰਹੂਗਾ? ਬਿਲਕੁਲ ਗਲਤ ਗੱਲ ਹੈ। ਚਿੱਤ ਨਹੀਂ ਨਿਰਮਲ ਰਹਿ ਸਕਦਾ। ਉਹ ਤਾਂ ਕਹਿੰਦੇ ਵੀ ਮੁਰਦਾ ਪਵਿੱਤਰ ਹੈ, ਉਹ ਤੁਸੀਂ ਮਾਰ ਕੇ ਖਾਂਦੇ ਹੋ, ਹਿਰਦਾ ਕਿੱਥੋਂ ਪਵਿੱਤਰ ਰਹਿ ਸਕਦਾ? ਆਪਸ ਕੋ ਮੁਨਵਰ ਕਰ ਥਾਪੋ, ਕਾਕੋ ਕਹੋ ਕਸਾਈ। ਖਾਂਦੇ ਪੀਂਦੇ ਵੀ ਕਹਿੰਦੇ ਹੋ ਕਿ ਅਸੀਂ ਬੜੇ ਮੁਨੀਵਰ ਸ੍ਰੇਸ਼ਟ ਮਹਾਤਮਾ, ਫਿਰ ਕਸਾਈ ਕਿਹਨੂੰ ਆਖੋਗੇ? ਇਸ ਲਈ ਕੂੜ ਬੋਲ ਮੁਰਦਾਰ ਖਾਏ। ਜਿੰਨੇ ਝੂਠ ਬੋਲਿਆ ਸਮਝ ਲਓ ਮੁਰਦਾ ਖਾ ਲਿਆ। ਯਾਨੀ ਮੁਰਦਾ ਖਾਣਾ ਮਾੜਾ, ਤਾਂ ਹੀ ਮਾਰੇ ਨੇ ਉਸ ਦ੍ਰਿਸ਼ਟਾਨ ਦਿੱਤਾ ਹੈ। ਅਵਰੀ ਨੂੰ ਸਮਝਾਵਣ ਜਾਏ, ਮੁੱਠਾ ਆਪ ਮੁਹਾਈ ਸਾਥੇ, ਨਾਨਕ ਐਸਾ ਗੂ ਜਪ। ਦਰਬ ਹਿਰੈ ਮਿਥਿਆ ਕਰ ਖਾਏ। ਧਨ ਨੂੰ ਚਰਾਉਂਦਾ ਤੇ ਝੂਠ ਬੋਲ ਕੇ ਭੋਜਨ ਖਾਂਦਾ ਹੈ। ਈਠ ਗੌਰੀ ਹਰ ਸੰਗ ਨਾ ਜਾਣਿਆ। ਮਨਮੁਖ ਨੂੰ ਮੋਹ ਰੂਪੀ ਠੱਗ ਬੂਟੀ ਪਈ ਹੋਈ ਹੈ, ਜਿਸ ਕਰਕੇ ਉਸਨੇ ਹਰੀ ਪਰਮਾਤਮਾ ਨੂੰ ਆਪਣੇ ਨਾਲ ਵਸਦਾ ਨਹੀਂ ਜਾਣਿਆ। ਬਾਜ ਗੁਰੂ ਹੈ ਭਰਮ ਭੁਲਾਨਿਆ। ਸਤਿਗੁਰੂ ਨੂੰ ਧਾਰਨ ਤੋਂ ਬਿਨਾਂ ਭਰਮ ਦੇ ਵਿੱਚ ਹੀ ਭੁੱਲਿਆ ਰਹਿੰਦਾ ਹੈ। ਨਿਕਟ ਨਾ ਜਾਣੈ ਬੋਲੇ ਕੋ। ਝੂਠ ਬੰਦਾ ਉਹ ਬੋਲਦਾ ਹੈ ਜਿਹੜਾ ਪਰਮਾਤਮਾ ਨੂੰ ਨੇੜੇ ਨਹੀਂ ਜਾਣਦਾ। ਮਨਮੁਖ ਪੁਰਖ ਪਰਮਾਤਮਾ ਨੂੰ ਆਪਣੇ ਨੇੜੇ ਵਸਦਾ ਨਹੀਂ ਜਾਣਦਾ, ਇਸ ਕਰਕੇ ਉਹ ਝੂਠ ਬੋਲਦਾ ਰਹਿੰਦਾ ਹੈ। ਮਾਇਆ ਮੋਹਿ ਮੁਠਾ ਹੈ ਮੂੜ। ਉਹ ਬੇਸਮਝ ਮਾਇਆ ਦੇ ਮੋਹ ਦੇ ਵਿੱਚ ਹੀ ਲੁੱਟਿਆ ਹੋਇਆ ਹੈ। ਵੇਖੋ ਬਰਗਾੜੀ ਕਾਂਡ ਹੋਇਆ, ਬੇੜਾ ਗਰਕ ਉਹਨਾਂ ਲੋਕਾਂ ਦਾ ਜਿਹੜੇ ਬੇਅਦਬੀ ਕਰਕੇ ਮੁੜ ਕੇ ਝੂਠ ਬੋਲ ਕੇ ਆਪ ਦਾ ਬਚਾਓ ਕਰਨਾ ਚਾਹੁੰਦੇ ਨੇ। 1984 ਵਿੱਚ 31 ਅਕਤੂਬਰ ਨੂੰ ਭਾਣਾ ਹੋਇਆ।
ਉਸ ਤੋਂ ਬਾਅਦ ਰਾਜੀਵ ਗਾਂਧੀ ਦੀ ਸਰਪ੍ਰਸਤੀ ਹੇਠ ਦਿੱਲੀ ਕਤਲੇਆਮ ਹੋਇਆ। ਅੱਜ ਤੱਕ ਦੁਨੀਆ ਝੂਠ ਬੋਲ ਬੋਲ ਕੇ ਜੇਲ੍ਹਾਂ ਦੇ ਵਿੱਚ ਤਾਂ ਕੀ ਜਾਣਾ, ਬਚਾਓ ਤਾਂ ਕੀ ਕਰਨਾ, ਕੁਰਸੀਆਂ ਦਾ ਆਨੰਦ ਮਾਣ ਰਹੀ ਹੈ ਦੁਨੀਆ। ਇਹ ਝੂਠ ਦੀ ਦੁਨੀਆ। ਸੱਚ ਬੋਲੋਗੇ ਕੋਈ ਤੁਹਾਨੂੰ ਨਹੀਂ ਮੰਨੇਗਾ, ਜੇ ਝੂਠਿਆਂ ਦਾ ਸਾਥ ਦਿਓਗੇ ਤੇ ਜੈ ਜੈਕਾਰ ਹੈ, ਕਿਉਂਕਿ ਕਲਯੁਗ ਝੂਠ ਦਾ ਰਾਜ। ਇਸ ਵਾਸਤੇ ਮਹਾਰਾਜ ਕਹਿੰਦੇ ਵੀ ਰੱਬ ਨੂੰ ਨੇੜੇ ਨਹੀਂ ਜਾਣਦੇ, ਝੂਠ ਬੋਲਦੇ। ਇਹ ਨਹੀਂ ਸਮਝਦੇ ਵੀ ਜਾਨ ਰੱਬ ਨੂੰ ਦੇਣੀ, ਰੱਬ ਨੇ ਉੱਥੇ ਲੇਖਾ ਲੈਣਾ ਹੈ। ਅੰਤਰ ਵਸਤ ਦੇ ਸੰਤਰ ਜਾ, ਤੇ ਸਮਝ ਮਾਇਆ ਦੇ ਮੋਹ ਚ ਲੁੱਟਿਆ ਹੋਇਆ। ਇਸ ਹਿਰਦੇ ਦੇ ਅੰਦਰ ਹੀ ਚੇਤਨ ਸੱਤਾ ਰੂਪੀ ਵਸਤੂ ਹੈ ਜਾਂ ਪ੍ਰਭੂਤਾ ਹਿਰਦੇ ਦੇ ਅੰਦਰ ਹੀ ਵਸ ਰਿਹਾ, ਪਰ ਮਨਮੁਖ ਜੀਵ ਬਾਹਰ ਦਿਸ਼ਾਵਾਂ ਦੇ ਅੰਦਰ ਜਾਂ ਦੇਸ਼ਾਂਤਰਾਂ ਵਿੱਚ ਭਾਲਣ ਲਈ ਜਾਂਦਾ ਹੈ। ਬਾਜ ਗੁਰੂ ਹੈ ਭਰਮ ਭੁਲਾਈ, ਗੁਰੂ ਸਾਹਿਬ ਜੀ ਨੂੰ ਧਾਰਨ ਕੀਤੇ ਤੋਂ ਬਿਨਾਂ ਉਹ ਮਾਇਆ ਦੇ ਮੋਹ ਕਰਕੇ ਭਰਮ ਦੇ ਵਿੱਚ ਭੁੱਲਿਆ ਰਹਿੰਦਾ ਹੈ। ਜਿਸ ਮਸਤਕ ਕਰਮ ਲਿਖਿਆ ਲਿਲਾਟ, ਜਿਸ ਦੇ ਮੱਥੇ ਤੇ ਸ਼੍ਰੋਮਣੀ ਭਾਗ ਲਿਖਿਆ ਹੋਇਆ ਹੈ। ਸਤਿਗੁਰ ਸੇਵੇ ਖੁੱਲੇ ਕਪਾਟ, ਉਹੀ ਸਤਿਗੁਰਾਂ ਨੂੰ ਸੇਵਨਾ ਕਰਦਾ ਤੇ ਉਸੇ ਦੇ ਹੀ ਪੰਜਾਂ ਕੋਸ਼ਾਂ ਰੂਪੀ ਕਪਾਟ ਤਖਤੇ ਖੁੱਲ੍ਹਦੇ ਹਨ, ਔਰ ਅੰਦਰ ਤੇ ਬਾਹਰੋਂ ਵਾਹਿਗੁਰੂ ਜੀ ਨੂੰ ਦੇਖ ਲੈਂਦਾ ਹੈ। ਅੰਤਰ ਬਾਹਰ ਨਿਕਟੇ ਸੋਏ, ਫਿਰ ਉਸ ਨੂੰ ਹਿਰਦੇ ਦੇ ਵਿੱਚ ਵੀ ਤੇ ਬਾਹਰ ਸੰਸਾਰ ਵਿੱਚ ਵੀ ਉਹ ਪਰਮਾਤਮਾ ਨੇੜੇ ਤੋਂ ਨੇੜੇ ਪ੍ਰਤੀਤ ਹੁੰਦਾ ਹੈ। ਜਨ ਨਾਨਕ ਆਵੈ ਨਾ ਜਾਵੈ ਕੋਈ, ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਉਹਨਾਂ ਦੀ ਦ੍ਰਿਸ਼ਟੀ ਵਿੱਚ ਨਾ ਕੋਈ ਆਉਂਦਾ ਤੇ ਨਾ ਹੀ ਕੋਈ ਜੰਮਦਾ, ਭਾਵ ਜੰਮਦਾ ਮਰਦਾ ਪ੍ਰਤੀਤ ਨਹੀਂ ਹੁੰਦਾ ਹੈ। ਉਹਨਾਂ ਦੇ ਭਾਣੇ ਸੋ ਬ੍ਰਹਮ ਦੀਸੈ ਬ੍ਰਹਮ ਸੁਣੀਐ, ਏਕ ਏਕ ਵਖਾਣੀਐ, ਆਤਮ ਬਸਾਰਾ ਕਰਨਹਾਰਾ ਪ੍ਰਭ ਬਿਨਾ ਨਹੀਂ ਜਾਣੀਐ। ਕੌਣ ਮੂਆ ਰੇ ਕੌਣ ਮੂਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹੋ ਤੋਂ ਚਲਤ ਪਿਆ ਰਹਾਓ। ਇਹ ਤਾਂ ਇੱਕ ਕੌਤਕ ਹੈ। ਸੋ ਆਪੇ ਹੀ ਪ੍ਰਮਾਤਮਾ ਸੋ ਜੀਵਾਂ ਨੂੰ ਜਨਮ ਦਿੰਦਾ ਹੈ, ਆਪੇ ਹੀ ਉਹ ਲੈ ਜਾਂਦਾ ਹੈ। ਪਰਮਾਤਮਾ ਆਪਦੀ ਅੰਸ਼ ਆਤਮਾ ਉਹਨੂੰ ਸੋ ਸਰੀਰਾਂ ਦੇ ਵਿੱਚ ਪਾ ਕੇ ਆਪ ਹੀ ਕੌਤਕ ਰਚਾ ਰਿਹਾ ਹੈ ਸਭਨਾਂ ਦੇ ਵਿੱਚ ਇੱਕ ਵਾਹਿਗੁਰੂ ਜੀ ਦੀ ਜੋਤ। कबीर तू करता तू हुआ, मुझ में रहा ना हूँ, जब आपा बरका मिट गया, जत देखो तत तू। ये आखिरी अवस्था है जो महाराज ने ब्रह्म ज्ञान का शब्द उचारिया है। ये ब्रह्म ज्ञान का शब्द है। एक बार महापुरख बाबा सुंदर सिंह जी खालसा पिंडा वाले गड़वा फड़ के बाबा बिशन सिंह जी मराले वालियां दे पिछे पिछे जंगल दे विच गए, जिथे बैठ के कि भजन कर रहे सन। गड़वा रख के आप भी थोड़ी दूर चौंकड़ा मार के सिमरन दे विच जुड़ गए। ਇਹੋ जी समाधि लगी। बाबा बिशन सिंह जी उठे, उन्होंने देखिया कि चार चुफेरे श्री गुरु नानक देव जी महाराज का स्वरूप प्रगट होया है। ते हुण कदम कित्थे रखीए? उन्होंने सिर हेठा ते पैर उपर नूं करके कपाल भाती आसन ला लिया ते उच्ची आवाज़ विच कहा कि बाबा सुंदर सिंह जी अखां खोलो। श्री गुरु नानक देव जी महाराज नूं आपने प्रगट किया होया है। हुण दसो मैं पैर कित्थे रखा? कोई जगह ही नहीं पैर रखण वाली। उस वक्त महापुरख उठे, कहंदे हाँ जी की हुक्म है? कहंदे तू तो मेरे तो भी वध प्यार वाली अवस्था में चला गया। ये जिहड़ा स्वरूप है महाराज का, इनू हिरदे विच लुका के रखो। बाहर तां संसाराकार बिरती विच वरतना पैंदा है। इंज ये ब्रह्म ज्ञानियों की अवस्था है। सो नानक ब्रह्म ज्ञानी आप परमेश्वर, उन्हें परमेश्वर वेखना तां कि वो खुद आप ही परमेश्वर का रूप बन जाता।
कबीर तू करता तू हुआ, मुझ में रहा ना हूँ, जब आपा पुरखा मिट गया जा देखो ता तू। ऐसी महापुरखों की अवस्था है। ये महाराज ने शुभ पावन ब्रह्म ज्ञान का उपदेश बख्शिया। आओ अरदास करिए साढ़े हिरदियां च वस जाए। इनका एक जिस जी बसावे ताकि महिमा गणी ना आवे। भुलां चुका क्षमा करो जी। अगे दो समत बख्शो। जिस मस्तक कर्म लिखिया लीला, सतगुर सेवे खुले कपाट, अंतर बाहर निकटे सो, जन नानक आवे न जावे कोई। वाहिगुरु जी का खालसा, वाहिगुरु जी की फतेह।